ਸਾਰਿਆਂ ਨੂੰ ਜੈ ਮਸੀਹ ਦੀ। ਮੇਰੀ ਗਵਾਹੀ ਇਹ ਹੈ ਕਿ ਮੇਰੀ ਸ਼ਾਦੀ ਨੂੰ 2 ਸਾਲ ਹੋ ਗਏ ਸੀ, ਸਾਡੇ ਕੋਈ ਬੇਬੀ ਨਹੀਂ ਸੀ। ਅਤੇ ਖੈਰ ਅਸੀਂ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਕਿਉਂਕਿ ਮੇਰੇ ਇਨ-ਲॉज ਸਾਰੇ ਬਾਹਰ ਰਹਿੰਦੇ ਸੀ, ਇਸ ਕਰਕੇ ਮੈਂ ਇਸ ਚੀਜ਼ ਵੱਲ ਮੇਰੇ ਹਸਬੈਂਡ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਔਰ ਮੈਂ ਆਪਣੀ ਸਟੱਡੀ ਸ਼ੁਰੂ ਕਰ ਦਿੱਤੀ ਸੀ, ਜਿਸ ਕਰਕੇ ਅਸੀਂ ਇਸ ਬਾਰੇ ਸੋਚਿਆ ਨਹੀਂ। ਸਾਰਿਆਂ ਨੇ ਕਾਫੀ ਸਾਨੂੰ ਕਿਹਾ ਕਿ ਹੁਣ ਤੁਹਾਨੂੰ ਇੱਕ ਬੇਬੀ ਕਰ ਲੈਣਾ ਚਾਹੀਦਾ। ਜਿਸ ਤੋਂ ਅਸੀਂ ਇਸ ਵੱਲ ਸੋਚਿਆ ਅਤੇ ਮੇਰੀਆਂ ਰਿਪੋਰਟਸ ਨੈਗੇਟਿਵ ਹੋ ਰਹੀਆਂ ਸੀਗੀਆਂ। ਫਿਰ ਅਸੀਂ ਡਾਕਟਰ ਨਾਲ ਸਲਾਹ ਕੀਤੀ, ਉਹਨਾਂ ਨੇ ਮੈਡੀਸਨਸ ਵਗੈਰਾ ਦਿੱਤੀ ਅਤੇ ਉੱਥੇ ਵੀ ਇਸ ਤਰ੍ਹਾਂ ਹੀ ਸੀ ਕਿ ਬਾਰ-ਬਾਰ ਰਿਪੋਰਟਸ ਨੈਗੇਟਿਵ ਆ ਰਹੀਆਂ ਸੀਗੀਆਂ। ਉਹਨਾਂ ਨੇ ਫਿਰ ਮੇਰੀਆਂ 2-3 ਸਕੈਨਿੰਗ ਕੀਤੀਆਂ, ਜਿਹਦੇ ਵਿੱਚ ਇਹ ਦੇਖਿਆ ਕਿ ਬਲੱਡ ਵਾਲੀਆਂ ਰਸੌਲੀਆਂ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਆਪਰੇਸ਼ਨ ਕੀਤਾ, ਜਿਸ 'ਚ ਦੇਖਿਆ ਕਿ ਪੇਟ ਦੀ ਕਾਫੀ ਹਾਲਤ ਖਰਾਬ ਆ। ਫਿਰ ਉਹਨਾਂ ਨੇ ਇੱਕ ਹੋਰ ਆਪਰੇਸ਼ਨ ਕੀਤਾ, ਮੈਡੀਸਨ ਵਗੈਰਾ ਦਿੱਤੀ, ਫਿਰ ਇੱਕ ਹੋਰ ਆਪਰੇਸ਼ਨ ਕੀਤਾ, 3 ਆਪਰੇਸ਼ਨ ਕੀਤੇ। ਅਤੇ ਉਸ ਤੋਂ ਬਾਅਦ ਮੈਡਮ ਨੇ ਮੈਨੂੰ ਇਹ ਕਿਹਾ ਕਿ ਅਤੇ ਮਤਲਬ ਪੋਸੀਬਿਲਿਟੀ ਨਹੀਂ ਹੈਗੀ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਬੱਚਾ ਅਡੋਪਟ ਕਰ ਲਓ। ਮੈਂ ਸਾਰੀ ਗੱਲ ਆਪਣੇ ਹਸਬੈਂਡ ਨੂੰ ਆ ਕੇ ਕਹੀ, ਉਹ ਵੀ ਖੈਰ ਐਗਰੀ ਹੋ ਗਏ, ਪਰ ਸਾਡੇ ਥੋੜ੍ਹਾ ਮੁਸ਼ਕਿਲ ਸੀ ਕਿਉਂਕਿ ਅਸੀਂ ਇਕੱਲੇ ਰਹਿੰਦੇ ਹਾਂ। ਅਸੀਂ ਆਪਣੇ ਕਿਸੇ ਘਰਦਿਆਂ ਦੇ ਨਾਲ ਇਸ ਗੱਲ ਬਾਰੇ ਕੋਈ ਸਲਾਹ ਮਸ਼ਵਰਾ ਨਹੀਂ ਸੀ ਕੀਤਾ, ਬਟ ਫਿਰ ਵੀ ਅਸੀਂ ਚਲੋ ਇਸ ਚੀਜ਼ ਲਈ ਐਗਰੀ ਹੋ ਗਏ। ਅਤੇ ਜਿਸ ਵਕਤ ਮੈਂ ਘਰ ਆਈ, ਮੈਂ ਪ੍ਰਭੂ ਜੀ ਨਾਲ ਇਸ ਬਾਰੇ ਗੱਲ ਕੀਤੀ। ਮੈਂ ਬੈਠੀ ਰਾਤ ਨੂੰ ਪ੍ਰਾਰਥਨਾ ਦੇ ਵਿੱਚ ਮੈਂ ਬਾਈਬਲ ਪੜ੍ਹ ਰਹੀ ਸੀ ਔਰ ਇਸ ਚੀਜ਼ਾਂ ਸੋਚ ਕੇ ਮੈਂ ਬਹੁਤ ਉਦਾਸ ਹੋਈ ਔਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਬਾਈਬਲ ਵੀ ਬਾਈਬਲ ਪੜ੍ਹਦੇ ਮੈਂ ਬਹੁਤ ਜ਼ਿਆਦਾ ਰੋ ਰਹੀ ਸੀ, ਇੰਨਾ ਜ਼ਿਆਦਾ ਰੋ ਰਹੀ ਸੀ ਕਿ ਬਸ ਕਿ ਜਿੱਦਾਂ ਸਾਰੇ ਆਂਸੂ ਅੱਜ ਹੀ ਵਹਿਣੇ ਹੁੰਦੇ ਆ। ਅਤੇ ਜਦੋਂ ਇੰਨਾ ਜ਼ਿਆਦਾ ਰੋ ਰਹੀ ਸੀ ਤਾਂ ਇੱਕ ਆਵਾਜ਼ ਆਈ। ਆਵਾਜ਼ ਇਹ ਸੀ ਕਿ ਨਾ ਘਬਰਾ, ਮੈਂ ਤੇਰੇ ਨਾਲ ਆ। ਅਤੇ ਮੈਂ ਅਚਾਨਕ ਸੇ ਆਪਣਾ ਰੋਣਾ ਭੁੱਲ ਕੇ ਇੱਧਰ ਉੱਧਰ ਦੇਖਣ ਲੱਗ ਪਈ ਵੀ ਕੌਣ ਆ, ਕਿੰਨੇ ਮੈਨੂੰ ਇਹ ਕਿਹਾ ਆ। ਅਤੇ ਖੈਰ ਮੇਰਾ ਰੋਣਾ ਤਾਂ ਬੰਦ ਹੋ ਗਿਆ, ਫਿਰ ਮੇਰੇ ਮਨ ਨੂੰ ਸਕੂਨ ਨਹੀਂ ਸੀ। ਮੈਂ ਉੱਦਾਂ ਹੀ ਉੱਥੇ ਲੰਮੀ ਪੈ ਗਈ ਔਰ ਮੈਂ ਸੋ ਗਈ। ਫਿਰ ਅਸੀਂ ਇੱਕ ਬੱਚਾ ਅਡੋਪਟ ਕਰਨ ਬਾਰੇ ਸੋਚਿਆ। ਉਹ ਸਾਰਾ ਪ੍ਰੋਸੈਸ ਵਿੱਚ ਵੀ ਅਸੀਂ ਸਾਰੀਆਂ ਜਗ੍ਹਾ ਦੇ ਉੱਤੇ ਪਾਸ ਹੋ ਗਏ, ਪਰ ਜਦੋਂ ਬੱਚਾ ਲੈਣ ਦੀ ਵਾਰੀ ਆਈ ਤਾਂ ਮੈਂ ਪ੍ਰਭੂ ਅੱਗੇ ਪ੍ਰਾਰਥਨਾ ਇਹ ਕੀਤੀ। ਮੈਂ ਕਿਹਾ ਪ੍ਰਭੂ ਜੀ, ਜੋ ਵੀ ਆ ਸਭ ਨੇ ਇਹ ਕਹਿਣਾ ਕਿ ਬੱਚਾ ਅਡੋਪਟ ਕੀਤਾ ਹੋਇਆ ਆ। ਫਿਰ ਸਾਰਾ ਕੁਛ ਕਹਿ ਕੇ ਮੈਂ ਕਿਹਾ ਪ੍ਰਭੂ ਤੁਹਾਡੀ ਮਰਜ਼ੀ। ਜਦੋਂ ਸਾਡੇ ਘਰ ਆਏ ਅਤੇ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਕਿ ਕੋਈ ਲੇਡੀ ਆ 40 ਈਅਰਸ ਦੀ ਆ, ਉਹਦੇ ਵਾਸਤੇ ਮੁਸ਼ਕਿਲ ਹੋ ਜਾਣੀ ਹੈ ਅਤੇ ਤੁਹਾਡੇ ਪਾਸ ਮੈਨੂੰ ਇੱਦਾਂ ਲੱਗਦਾ ਕਿ ਹੋ ਸਕਦਾ ਤੁਹਾਡੇ 'ਤੇ ਰੱਬ ਦੀ ਕਿਰਪਾ ਹੋਵੇ। ਮੈਂ ਕਿਹਾ ਚਲੋ ਠੀਕ ਹੈ, ਮੈਂ ਕਿਹਾ ਤੁਸੀਂ ਇਹ ਬੱਚੀ ਉਹਨਾਂ ਨੂੰ ਦੇ ਦਿਓ। ਅਤੇ ਮੈਂ ਇਹ ਵੀ ਕਹਿ ਕੇ ਮੈਂ ਕਿਹਾ ਚਲੋ ਸ਼ਾਇਦ ਇਹੀ ਪਰਮੇਸ਼ਰ ਦੀ ਮਰਜ਼ੀ ਹੋਵੇ। ਅਤੇ ਫਿਰ ਉਸ ਤੋਂ ਬਾਅਦ ਮੈਂ ਪ੍ਰਭੂ ਜੀ ਦੇ ਦਾਸਾਂ ਕੋਲ ਗਈ, ਉਹਨਾਂ ਨੂੰ ਆਪਣੀ ਸਾਰੀ ਕਹਾਣੀ ਦੱਸੀ ਆਪਣੀ ਨਾ ਕਿ ਇੱਦਾਂ ਪਾਸਟਰ ਜੀ ਮੇਰੇ ਨਾਲ ਹੋ ਰਿਹਾ, ਇੱਦਾਂ ਹੋਇਆ। ਉਹਨਾਂ ਨੇ ਮੇਰੇ ਵਾਸਤੇ ਪ੍ਰਾਰਥਨਾ ਕੀਤੀ। ਪ੍ਰਾਰਥਨਾ ਦੇ ਵਿੱਚ ਜਦੋਂ ਬੈਠੇ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਪਰਮੇਸ਼ਰ ਤੁਹਾਨੂੰ ਇੱਕ ਬੇਟਾ ਦੇਣ ਜਾ ਰਹੇ, ਜਿਹਦਾ ਨਾਮ ਤੁਸੀਂ ਡੈਨੀਅਲ ਰੱਖਣਾ। ਮੇਰੇ ਲਈ ਬੜੀ ਖੁਸ਼ੀ ਦੀ ਗੱਲ ਸੀ ਇਹ। ਅਤੇ ਚਲੋ ਕੁਛ ਟਾਈਮ ਬਾਅਦ ਮੈਂ ਕਨਸੀਵ ਕੀਤਾ। ਪਰਮੇਸ਼ਰ ਨੇ ਮੇਰੀ ਬੜੀ ਮਦਦ ਕੀਤੀ। ਮੈਂ ਘਰ 'ਚ ਇਕੱਲੀ ਰਹਿੰਦੀ ਹੁੰਦੀ ਸੀ ਅਤੇ ਕਿਉਂਕਿ ਮੇਰੇ ਇਨ-ਲॉज ਮੇਰੇ ਨਾਲ ਨਹੀਂ ਸੀ, ਉਹ ਬਾਹਰ ਆ ਸਾਰੇ। ਅਤੇ ਮੇਰੇ ਹਸਬੈਂਡ ਵੀ ਆਪਣਾ ਕਾਰੋਬਾਰ ਸੀ ਤਾਂ ਉਹ ਉੱਥੇ ਰਹਿੰਦੇ ਸੀ। ਅਤੇ ਘਰ 'ਚ ਇੱਕ ਕੰਮ ਵਾਲੀ ਆਉਂਦੀ ਸੀ, ਉਹ ਵੀ ਬੜੀ ਅੱਛੀ ਸੀ ਮੇਰੀ ਡਾਕਟਰ ਡਿੰਪਲ ਸ਼ਰਮਾ, ਜੋ ਅੱਜ ਕੱਲ੍ਹ ਉਹਨਾਂ ਦਾ ਹੌਸਪੀਟਲ ਆ ਗੁੱਡਵਿਲ ਰਾਮਾ ਮੰਡੀ ਵਿੱਚ ਆ। ਅਤੇ ਉਹ ਮੈਨੂੰ ਬਹੁਤ ਗਾਈਡ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਇਕੱਲੀ ਰਹਿੰਦੀ ਹਾਂ ਔਰ ਬੜਾ ਉਹਨਾਂ ਨੇ ਮੇਰਾ ਸਾਥ ਦਿੱਤਾ। ਅਤੇ ਫਿਰ ਉਸ ਤੋਂ ਬਾਅਦ ਉਹ ਸਮੇਂ ਆਇਆ, ਅਸੀਂ ਹੌਸਪੀਟਲ ਗਏ ਅਤੇ ਹੌਸਪੀਟਲ ਗਏ ਤਾਂ ਫਿਰ ਉਸ ਤੋਂ ਬਾਅਦ ਓਪਰੇਸ਼ਨ ਨਾਲ ਮੇਰਾ ਬੇਟਾ ਹੋਇਆ। ਅਤੇ ਓਪਰੇਸ਼ਨ ਥੀਏਟਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀਗਾ। ਥੋੜ੍ਹੀ ਦੇਰ ਤੱਕ ਮਜ਼ਾਕ ਚੱਲਦਾ ਰਿਹਾ, ਚਲੋ ਓਕੇ। ਫਿਰ ਉਸ ਤੋਂ ਬਾਅਦ ਮੇਰੀ ਥੋੜ੍ਹੀ ਤਬੀਅਤ ਖਰਾਬ, ਮੇਰਾ ਸਿਰ ਬਹੁਤ ਜ਼ਿਆਦਾ ਪੇਨ ਕਰਨ ਲੱਗ ਪਿਆ, ਬਹੁਤ ਜ਼ਿਆਦਾ ਪੇਨ ਕਰ ਮੈਨੂੰ ਘਬਰਾਹਟ ਹੋ ਰਹੀ ਸੀ, ਮੈਨੂੰ ਵੋਮਟਿੰਗ ਹੋ ਰਹੀ ਸੀ, ਕੁਝ ਹੋ ਰਿਹਾ ਸੀ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਅਤੇ ਮੈਨੂੰ ਸਾਰਾ ਸ਼ਾਂਤ ਸੀ ਮਾਹੌਲ। ਅਤੇ ਮੇਰੇ ਇੱਕ ਆਵਾਜ਼ ਆਈ, ਕਹਿੰਦੀ ਘਬਰਾ ਨਾ, ਮੈਂ ਤੇਰੇ ਸਰਾਣੇ ਖੜਾ, ਡਰਨਾ। ਉਸ ਵਕਤ ਮੈਂ ਉਸ ਆਵਾਜ਼ ਨੂੰ ਨਹੀਂ ਸਮਝ ਪਾਈ ਕਿਉਂਕਿ ਮੈਂ ਬਹੁਤ ਉਸ ਵਕਤ ਪਰੇਸ਼ਾਨ ਸੀਗੀ, ਸਿਰ ਵਗੈਰਾ ਦੁੱਖ ਰਿਹਾ ਸੀਗਾ। ਅਤੇ ਫਿਰ ਮੈਨੂੰ ਥੋੜ੍ਹੀ ਦੇਰ ਵਿੱਚ ਮੈਡਮ ਨੇ ਕਿਹਾ ਕਿ ਤੁਹਾਡੇ ਬੇਟਾ ਹੋਇਆ। ਖੈਰ ਮੈਨੂੰ ਪਤਾ ਸੀ ਕਿਉਂਕਿ ਪ੍ਰਭੂ ਨੇ ਮੈਨੂੰ ਕਿਹਾ ਸੀ ਕਿ ਬੇਟਾ ਹੋਣਾ ਆ, ਅਤੇ ਬੜੀ ਖੁਸ਼ੀ ਵਾਲੀ ਗੱਲ ਸੀ। ਲੇਕਿਨ ਜਦੋਂ ਮੈਂ ਹੁਣ ਬਾਅਦ 'ਚ ਜਦੋਂ ਸਾਰੇ ਪ੍ਰੋਸੈਸ 'ਚੋਂ ਨਿਕਲੀ ਤਾਂ ਫਿਰ ਮੈਂ ਜਾਣਿਆ ਸੀ ਕਿ ਪ੍ਰਭੂ ਮੇਰੇ ਨਾਲ ਸੀ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਪ੍ਰਭੂ ਜੀ ਤੁਸੀਂ ਮੇਰੇ ਨਾਲ ਰਹਿਣਾ ਹੈਗਾ। ਅਸੀਂ ਸ਼ਾਇਦ ਕਹਿ ਕੇ ਭੁੱਲ ਜਾਈਏ, ਲੇਕਿਨ ਪਰਮੇਸ਼ਰ ਕਦੀ ਆਪਣੇ ਬੱਚਿਆਂ ਨੂੰ ਭੁੱਲਦੇ ਨਹੀਂ। ਜੇ ਅਸੀਂ ਆਪਣੇ ਹਲਕੇ ਜਿਹੇ ਮੂੰਹ ਨਾਲ ਵੀ ਉਹਨਾਂ ਕੋਲ ਕੁਛ ਕਹਿੰਦੇ ਨਾ ਕਿ ਪ੍ਰਭੂ ਜੀ ਸਾਡੇ ਲਈ ਆਹ ਕਰ ਦਿਓ, ਅਤੇ ਉਹ ਕਰਦੇ ਆ, ਅਸੀਂ ਹੀ ਕਦੀ ਕਿਤੇ ਨਾ ਕਿਤੇ ਭੁੱਲ ਜਾਂਦੇ ਹਾਂ। ਖੈਰ ਕਹਾਣੀ ਇੱਥੇ ਖ਼ਤਮ ਨਹੀਂ ਹੋਈ ਹਜੇ। ਫਿਰ ਉਸ ਤੋਂ ਬਾਅਦ ਚਲੋ ਬੇਟਾ ਹੋ ਗਿਆ। ਫਿਰ ਕੁਛ ਟਾਈਮ ਬਾਅਦ ਮੇਰਾ ਬੇਟਾ 2 ਸਾਲ ਦਾ ਹੋ ਗਿਆ ਅਤੇ ਮੇਰੇ ਬੇਟਾ ਵੀ ਔਰ ਮੇਰੇ ਹਸਬੈਂਡ ਵੀ ਅਸੀਂ ਗਏ ਪਾਸਟਰ ਜੀ ਉਹਨਾਂ ਨੂੰ ਮਿਲਾਉਣ ਲਈ। ਇਹਨਾਂ ਨੂੰ ਵੀ ਮੈਂ ਲੈ ਕੇ ਗਈ। ਉਹਨਾਂ ਨੂੰ ਮੈਂ ਦੱਸਿਆ ਕਿ ਤੁਸੀਂ ਪ੍ਰੇ ਕੀਤੀ ਸੀ ਅਤੇ
ਤੇ ਬੇਟਾ ਹੋਇਆ ਇਹ ਦੱਸੇ ਲੈ ਕੇ ਲਿਆਨੀ ਵਾਲਾ। ਫਿਰ ਇਹ ਮੇਰੇ ਹਸਬੈਂਡ ਬਾਰੇ ਪੁੱਛਿਆ ਕਿਉਂਕਿ ਪਹਿਲਾਂ ਕਦੀ ਚਰਚ ਨਹੀਂ ਸੀ ਗਏ ਹੈਗੇ। ਇਹ ਵੀ ਗਏ ਤੇ ਉਹਨਾਂ ਨੇ ਫਿਰ ਸਾਨੂੰ ਦੋਨਾਂ ਨੂੰ ਬੁਲਾ ਲਿਆ ਆਪਣੇ ਕੋਲ ਬਿਠਾ ਕੇ ਤੇ ਕਹਿੰਦੇ ਆ ਜਾਓ। ਸਾਨੂੰ ਦੋਨਾਂ ਨੂੰ ਬਿਠਾਇਆ ਤੇ ਕਹਿੰਦੇ ਇਸ ਵਾਰੀ ਪਰਮੇਸ਼ਰ ਤੁਹਾਨੂੰ ਇੱਕ ਬੇਟੀ ਦੇਣ ਜਾ ਰਹੇ ਆ ਤੇ ਉਹਦਾ ਨਾਮ ਤੁਸੀਂ ਰੇਬਿਕਾ ਰੱਖਣਾ। ਤੇ ਮੈਂ ਪ੍ਰਭੂ ਦਾ ਧੰਨਵਾਦ ਕੀਤਾ ਇਸ ਆਸ਼ੀਸ਼ ਵਾਸਤੇ ਵੀ। ਅਸੀਂ ਬੜੇ ਖੁਸ਼ ਇਸ ਚੀਜ਼ ਲਈ ਕਿ ਕਿਤੇ ਸੀ ਸਾਡੇ ਕੋਲ ਇੱਕ ਬੱਚਾ ਨਹੀਂ ਸੀ ਤੇ ਪਰਮੇਸ਼ਰ ਨੇ ਸਾਨੂੰ ਦੋ ਦਿੱਤੇ। ਕਿਉਂਕਿ ਮੈਂ ਆਪਣੇ ਪਾਸਟਰ ਜੀ ਕੋਲ ਗਈ, ਉਹਨਾਂ ਨੇ ਕਿਹਾ ਕਹਿੰਦੇ ਕਿ ਤੂੰ ਪਰਮੇਸ਼ਰ ਨੂੰ ਪ੍ਰੇਮ ਕੀਤਾ ਔਰ ਪਰਮੇਸ਼ਰ ਨੇ ਤੈਨੂੰ ਉਹਦਾ ਉੱਤਰ ਦਿੱਤਾ ਆ। ਤੇ ਮੈਂ ਧੰਨਵਾਦ ਕਰਦੀ ਹਾਂ। ਉਹ ਵੀ ਇਹੀ ਕਹਿੰਦੇ ਹੁੰਦੇ ਸੀ, ਕਹਿੰਦੇ ਕਿ ਤੈਨੂੰ ਇੱਕ ਬੇਟਾ ਮਿਲਿਆ, ਤੂੰ ਪਿੱਛੇ ਨਹੀਂ ਹਟੀ, ਤੂੰ ਪਰਮੇਸ਼ਰ ਦੇ ਵਿੱਚ ਹੋਰ ਵੱਧਦੀ ਗਈ ਹੈ, ਜਿਹਦੀ ਵਜ੍ਹਾ ਦੇ ਨਾਲ ਪਰਮੇਸ਼ਰ ਨੇ ਤੈਨੂੰ ਇੰਨੀ ਵੱਡੀ ਆਸ਼ੀਸ਼ ਦਿੱਤੀ ਔਰ ਹੋਰ ਬਹੁਤ ਕੁਛ ਦਿੱਤਾ ਕਿ ਮੈਂ ਇਸ ਗਵਾਹੀ ਵਿੱਚ ਨਹੀਂ ਦੱਸ ਸਕਦੀ ਹੈਗੀ। ਕਿਉਂਕਿ ਮੈਂ ਇੱਕ ਵਾਰੀ ਆਪਣੇ ਪਾਸਟਰ ਜੀ ਨੂੰ ਵੀ ਇਹ ਦੱਸ ਰਹੀ ਸੀ, ਮੈਂ ਕਿਹਾ ਜੇ ਮੈਂ ਇੰਨੀਆਂ ਸਾਰੀਆਂ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ਪ੍ਰਭੂ ਦੀ ਕਿਰਪਾ ਬਾਰੇ ਤੇ ਬਾਕੀਆਂ ਦੀਆਂ ਗਵਾਹੀਆਂ ਨਹੀਂ ਹੋ ਪਾਉਣੀਆਂ ਹੈਗੀਆਂ। ਸੋ ਇੱਦਾਂ ਦੀ ਗੱਲ ਆ। ਤੇ ਪਰਮੇਸ਼ਰ ਬਹੁਤ ਭਲਾ ਆ, ਬਹੁਤ ਪ੍ਰੇਮ ਕਰਦਾ ਆਪਣੇ ਬੱਚਿਆਂ ਨੂੰ, ਕਿਉਂਕਿ ਉਹ ਹੈ ਹੀ ਪ੍ਰੇਮ ਆ। ਅਤੇ ਬਹੁਤ ਹੋਰ ਵੀ ਮੇਰੇ ਜੀਵਨ ਵਿੱਚ ਗਵਾਹੀਆਂ ਜੋ ਪ੍ਰਭੂ ਨੇ ਮੇਰੇ ਲਈ ਕੀਤਾ। ਸਭ ਸੇ ਅਨਮੋਲ ਚੀਜ਼ਾਂ ਪ੍ਰਭੂ ਜੀ ਨੇ ਮੈਨੂੰ ਦਿੱਤੀਆਂ। ਪ੍ਰਭੂ ਦੀ ਬਹੁਤ ਕਿਰਪਾ ਆ, ਅੱਛਾ ਕਾਰੋਬਾਰ ਆ, ਬਹੁਤ ਕੁਛ ਆ। ਅਤੇ ਮੈਂ ਧੰਨਵਾਦ ਕਰਦੀ ਹਾਂ ਔਰ ਇਹ ਕਹਿੰਦੀ ਕਿ ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ, ਵਿਸ਼ਵਾਸ ਨਾਲ ਮੰਗੋ ਅਤੇ ਕਦੀ ਵੀ ਤੁਹਾਨੂੰ ਸ਼ਰਮਿੰਦਾ ਨਹੀਂ ਹੋਣ ਦੇਵੇਗਾ ਦੂਸਰੇ ਸਾਹਮਣੇ। ਪ੍ਰਭੂ ਨੇ ਮੇਰੀ ਸ਼ਰਮਿੰਦਗੀ ਨੂੰ ਚੁੱਕ ਲਿਆ, ਕਿਉਂਕਿ ਅਸੀਂ ਸਭ ਕੁਝ ਖਰੀਦ ਸਕਦੇ ਲੇਕਿਨ ਔਲਾਦ ਨਹੀਂ। ਕਿ ਪ੍ਰਭੂ ਨੇ ਮੇਰੇ 'ਤੇ ਬਹੁਤ ਵੱਡੀ ਕਿਰਪਾ ਕੀਤੀ ਆ ਅਤੇ ਤੁਹਾਡੇ ਸਾਰਿਆਂ 'ਤੇ ਵੀ ਪ੍ਰਭੂ ਇੱਦਾਂ ਦੀ ਹੀ ਕਿਰਪਾ ਕਰਨ। ਮੈਂ ਇਹੀ ਪ੍ਰਾਰਥਨਾ ਕਰਦੀ ਹਾਂ। ਸਾਰਿਆਂ ਨੂੰ ਜੈ ਮਸੀਹ ਦੀ।